ਰੋਟੀ ਸਾਡੀ ਜ਼ਿੰਦਗੀ ਦਾ ਉਹ ਹਿੱਸਾ ਹੈ ਜਿਸ ਤੋਂ ਬਿਨਾ ਅਸੀਂ ਆਪਣੇ ਭੋਜਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਤੇ ਜੇ ਰੋਟੀ ਖਾ ਕੇ ਵੀ ਸਾਨੂੰ ਸਿਹਤਮੰਦ ਜ਼ਿੰਦਗੀ ਮਿਲ ਜਾਏ ਤੇ ਅਸੀਂ ਆਪਣਾ ਭਾਰ ਵੀ ਮੇਨਟੇਨ ਕਰ ਸਕਦੇ ਹੋਈਏ ਤੇ ਜਿਹੜੇ ਭਾਰ ਘਟਾਉਣਾ ਚਾਹੁੰਦੇ ਹਨ ਉਹ ਵੀ ਭਾਰ ਘਟਾ ਸਕਦੇ ਹੋਣ ਤੇ ਰੋਗਾਂ ਤੋਂ ਮੁਕਤੀ ਪਾ ਸਕਦੇ ਹੋਣ ਤਾਂ ਇਹ ਰਸਤਾ ਸਾਡੇ ਲਈ ਬਹੁਤ ਆਸਾਨ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਅੱਜ ਅਸੀਂ 4 ਤਰੀਕਿਆਂ ਦੀਆਂ ਬਹੁਤ ਹੀ ਸਿਹਤਮੰਦ ਰੋਟੀ ਦੀਆਂ ਰੈਸਿਪੀਜ਼ ਦੇਖਾਂਗੇ ਜਿਨ੍ਹਾਂ ਨਾਲ ਤੁਹਾਡੀ ਰੋਗ ਮੁਕਤੀ ਦੀ ਜਿਹੜੀ ਜਰਨੀ ਹੈ ਉਹ ਬਹੁਤ ਆਸਾਨ ਹੋ ਜਾਏਗੀ। ਆਓ ਪਹਿਲੀ ਰੋਟੀ ਤੋਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣੀ ਲਾਲ ਰੰਗ ਦੀ ਸਿਹਤਮੰਦ ਰੋਟੀ ਤਿਆਰ ਕਰਾਂਗੇ। ਇਸ ਰੋਟੀ ਨੂੰ ਬਣਾਉਣ ਦੇ ਲਈ ਕੁਝ ਪੱਤੇ ਲੈ ਰਹੀ ਹਾਂ। ਤੁਸੀਂ ਧਨੀਆ, ਪੁਦੀਨਾ, ਪਾਲਕ ਦੇ ਕੁਝ ਪੱਤੇ, ਜਿਸ ਤਰ੍ਹਾਂ ਦੇ ਵੀ ਹਰੇ ਪੱਤੇ ਤੁਹਾਨੂੰ ਮਿਲ ਜਾਣ ਉਹ ਤੁਸੀਂ ਮੌਸਮ ਦੇ ਅਨੁਸਾਰ ਲੈ ਸਕਦੇ ਹੋ। ਇਹਨਾਂ ਪੱਤਿਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਵਿੱਚ ਉਬਲਣ ਦੇ ਲਈ ਰੱਖ ਦਿਆਂਗੇ। ਅਗਲਾ ਜਿਹੜਾ ਕੰਮ ਕਰਨਾ ਹੈ, ਅਸੀਂ ਬੀਟਰੂਟ ਲੈਣੀ ਹੈ ਜਿਸ ਨੂੰ ਅਸੀਂ ਚੁਕੰਦਰ ਵੀ ਕਹਿੰਦੇ ਹਾਂ ਤੇ ਇਸ ਨੂੰ ਅਸੀਂ ਕੱਦੂਕਸ ਕਰ ਲੈਣਾ ਹੈ। ਇਹ ਖੂਨ ਬਣਾਉਣ ਦੀ ਮਸ਼ੀਨ ਹੈ। ਇਸ ਦੇ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟਸ ਤੇ ਫਾਈਬਰ ਮਿਲਦੇ ਹਨ। ਇਹ ਸਾਡੇ ਸਰੀਰ ਨੂੰ ਨਵਾਂ ਨਰੋਇਆ ਤੇ ਜਵਾਨ ਬਣਾ ਸਕਦੀ ਹੈ। ਅਸੀਂ ਚੁਕੰਦਰ ਨੂੰ ਕੱਦੂਕਸ ਕਰ ਲਿਆ ਹੈ। ਹੁਣ ਅਸੀਂ ਆਟੇ ਦੀ ਤਿਆਰੀ ਕਰਦੇ ਹਾਂ। ਇਸ ਆਟੇ ਨੂੰ ਤਿਆਰ ਕਰਨ ਦੇ ਲਈ ਅਸੀਂ 1 ਕੌਲੀ ਕਣਕ ਦਾ ਆਟਾ ਲਿਆ ਹੈ ਤੇ ਜਿੰਨਾ ਕਣਕ ਦਾ ਆਟਾ ਲਵਾਂਗੇ ਓਨਾ ਹੀ ਬਰਾਬਰ ਅਸੀਂ ਜਵਾਰ ਦਾ ਆਟਾ ਲੈ ਲੈਣਾ ਹੈ। ਕਣਕ ਤੇ ਜਵਾਰ ਦੇ ਆਟੇ ਨੂੰ ਅਸੀਂ ਆਪਸ ਦੇ ਵਿੱਚ ਰਲਾ ਲਵਾਂਗੇ। ਸਵਾਦ ਅਨੁਸਾਰ ਅਸੀਂ ਇਸ ਦੇ ਵਿੱਚ ਨਮਕ ਪਾ ਰਹੇ ਹਾਂ। ਥੋੜੀ ਜਿਹੀ ਅਸੀਂ ਕਸ਼ਮੀਰੀ ਲਾਲ ਮਿਰਚ ਇਸ ਦੇ ਅੰਦਰ ਪਾ ਰਹੇ ਹਾਂ। ਥੋੜੀ ਜਿਹੀ ਅਜਵਾਇਨ ਪਾ ਦਿੱਤੀ ਹੈ। ਅੱਧਾ ਕੁ ਚਮਚ ਅਸੀਂ ਹਲਦੀ ਦਾ ਪਾ ਲਵਾਂਗੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਸ ਵਿੱਚ ਮਿਕਸ ਕਰ ਲਵਾਂਗੇ। ਤੁਸੀਂ ਆਪਣੇ ਸਵਾਦ ਅਨੁਸਾਰ ਇਸ ਦੇ ਅੰਦਰ ਮਸਾਲਿਆਂ ਨੂੰ ਮਿਕਸ ਕਰ ਸਕਦੇ ਹੋ। ਮਸਾਲਿਆਂ ਨੂੰ ਮਿਕਸ ਕਰਨ ਦੇ ਨਾਲ ਰੋਟੀ ਦਾ ਸਵਾਦ ਵੀ ਵੱਧਦਾ ਹੈ ਤੇ ਪਾਚਨ ਦੇ ਵਿੱਚ ਵੀ ਇਹ ਚੰਗਾ ਰਹਿੰਦਾ ਹੈ। ਹੁਣ ਅਸੀਂ ਚੁਕੰਦਰ ਨੂੰ ਵੀ ਇਸ ਦੇ ਅੰਦਰ ਮਿਕਸ ਕਰ ਦਿਆਂਗੇ। ਚੁਕੰਦਰ ਨੂੰ ਅਸੀਂ ਜੂਸ ਦੇ ਸਮੇਤ ਹੀ ਇਸ ਦੇ ਅੰਦਰ ਪਾਇਆ ਹੈ। ਇੱਕ ਅਸੀਂ ਸ਼ਿਮਲਾ ਮਿਰਚ ਲੈ ਰਹੇ ਹਾਂ ਤੇ ਇਸ ਨੂੰ ਵੀ ਬਰੀਕ-ਬਰੀਕ ਕੱਟ ਕੇ ਇਸ ਦੇ ਅੰਦਰ ਪਾ ਦਿੱਤਾ ਹੈ ਤੇ ਉਸ ਤੋਂ ਬਾਅਦ ਅਸੀਂ ਇੱਕ ਪਿਆਜ਼ ਲੈ ਲੈਣਾ ਹੈ ਤੇ ਪਿਆਜ਼ ਨੂੰ ਵੀ ਅਸੀਂ ਬਰੀਕ-ਬਰੀਕ ਕੱਟ ਕੇ ਇਸ ਦੇ ਅੰਦਰ ਪਾ ਦਿੱਤਾ ਹੈ। ਤੁਸੀਂ ਆਪਣੀ ਮਨਪਸੰਦ ਦੀਆਂ ਕੁਝ ਸਬਜ਼ੀਆਂ ਵੀ ਮਿਲਾ ਸਕਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਰਲਾ ਲਵਾਂਗੇ। ਸਾਨੂੰ ਜਿੰਨੇ ਕੁ ਪਾਣੀ ਦੀ ਲੋੜ ਹੋਏਗੀ ਓਨਾ ਕੁ ਪਾਣੀ ਵਰਤ ਕੇ ਅਸੀਂ ਇਸ ਆਟੇ ਨੂੰ ਗੁੰਨ ਲੈਣਾ ਹੈ। ਜਵਾਰ ਦਾ ਆਟਾ ਅਸੀਂ ਪੂਰੀ ਗਰਮੀ ਦੇ ਵਿੱਚ ਵੀ ਖਾ ਸਕਦੇ ਹਾਂ ਤੇ ਸਰਦੀ ਵਿੱਚ ਵੀ, ਯਾਨੀ ਕਿ ਜਵਾਰ ਦਾ ਆਟਾ ਪੂਰਾ ਸਾਲ ਖਾਧਾ ਜਾ ਸਕਦਾ ਹੈ ਤੇ ਇਹ ਆਟਾ ਠੰਡੀ ਤਾਸੀਰ ਦਾ ਹੁੰਦਾ ਹੈ। ਇਸ ਦੇ ਨਾਲ ਅਸੀਂ ਥੋੜੇ ਬਹੁਤ ਮਸਾਲੇ ਪਾ ਵੀ ਦਿੰਦੇ ਹਾਂ ਤਾਂ ਉਹ ਬੈਲੈਂਸ ਹੋ ਜਾਂਦਾ ਹੈ। ਰੋਟੀ ਨੂੰ ਅਸੀਂ ਜਦੋਂ ਇਸ ਤਰ੍ਹਾਂ ਬਣਾਉਂਦੇ ਹਾਂ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਤੇ ਮੋਟੇ ਆਟੇ ਦੀ ਵਰਤੋਂ ਕਰਕੇ ਤਾਂ ਇਹ ਰੋਟੀ ਬਹੁਤ ਜ਼ਿਆਦਾ ਫਾਈਬਰ ਰਿਚ ਹੋ ਜਾਂਦੀ ਹੈ ਜਿਹੜੀ ਕਿ ਸਾਡੀ ਡਾਈਜੈਸ਼ਨ ਨੂੰ ਠੀਕ ਕਰਦੀ ਹੈ। ਇਹ ਕੰਪਲੈਕਸ ਰੋਟੀ ਹੁੰਦੀ ਹੈ ਜਿਹੜੀ ਹੌਲੀ-ਹੌਲੀ ਪਚਦੀ ਹੈ। ਇਸ ਦੇ ਨਾਲ ਡਾਇਬਟੀਜ਼ ਵੀ ਕਾਫੀ ਜ਼ਿਆਦਾ ਹੱਦ ਤੱਕ ਕੰਟਰੋਲ ਰਹਿਣਾ ਸ਼ੁਰੂ ਹੋ ਜਾਂਦਾ ਹੈ। ਹਾਈ ਕੋਲੇਸਟ੍ਰੋਲ, ਫੈਟੀ ਲਿਵਰ ਦੇ ਪੇਸ਼ੈਂਟਸ ਲਈ ਵੀ ਬਹੁਤ ਵਧੀਆ ਹੈ ਤੇ ਨਾਲ ਹੀ ਨਾਲ PCOD, ਥਾਇਰਾਇਡ ਜਾਂ ਜਿਸ ਵੀ ਤਰ੍ਹਾਂ ਦੇ ਤੁਸੀਂ ਬਿਮਾਰੀਆਂ ਨਾਲ ਜੂਝ ਰਹੇ ਹੋ ਜਾਂ ਤੁਹਾਡਾ ਭਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਰੋਟੀ ਜਿਸ ਦੇ ਵਿੱਚ ਤੁਹਾਨੂੰ ਸਭ ਕੁਝ ਮਿਲ ਜਾਂਦਾ ਹੈ, ਤੁਹਾਨੂੰ ਆਟਾ, ਕਾਰਬੋਹਾਈਡਰੇਟ ਦਾ ਪੋਰਸ਼ਨ ਵੀ ਮਿਲ ਰਿਹਾ ਹੈ, ਬਹੁਤ ਸਾਰੇ ਮਲਟੀਵਿਟਾਮਿਨ ਤੇ ਐਂਟੀਆਕਸੀਡੈਂਟ ਸਬਜ਼ੀਆਂ ਦੇ ਰੂਪ ਵਿੱਚ ਮਿਲ ਰਹੇ ਨੇ ਤੇ ਬਹੁਤ ਸਾਰਾ ਫਾਈਬਰ ਮਿਲ ਰਿਹਾ ਹੈ। ਇਸ ਤਰ੍ਹਾਂ ਦੀਆਂ ਰੋਟੀਆਂ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੀਆਂ ਹਨ। ਥੋੜੇ ਪਾਣੀ ਨਾਲ ਅਸੀਂ ਇਸ ਆਟੇ ਨੂੰ ਬਹੁਤ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ ਤੇ ਇਸ ਨੂੰ ਬਹੁਤ ਜ਼ਿਆਦਾ ਰਸਾਉਣ ਦੀ ਲੋੜ ਵੀ ਨਹੀਂ ਹੁੰਦੀ। ਆਟਾ ਤਿਆਰ ਹੈ। ਹੁਣ ਅਸੀਂ ਇਸ ਦੇ ਨਾਲ ਇੱਕ ਰਾਇਤਾ ਤਿਆਰ ਕਰਨਾ ਹੈ। ਅਸੀਂ ਦਹੀਂ ਨੂੰ ਲੈ ਲਵਾਂਗੇ। ਦਹੀਂ ਨੂੰ ਚੰਗੀ ਤਰ੍ਹਾਂ ਮੱਥ ਲੈਣਾ ਹੈ। ਦਹੀਂ ਦੇ ਵਿੱਚ ਕਫ ਦੋਸ਼ ਹੁੰਦਾ ਹੈ ਜਿਸ ਕਰਕੇ ਬਹੁਤੇ ਲੋਕਾਂ ਨੂੰ ਇਹ ਪਚਦੀ ਨਹੀਂ ਹੈ। ਇਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਮੱਥ ਕੇ ਤੇ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਹਲਕਾ ਜਿਹਾ ਪਤਲਾ ਕਰ ਲਓ। ਉਸ ਤੋਂ ਬਾਅਦ ਅਸੀਂ ਸ਼ੁਰੂਆਤ ਵਿੱਚ ਇੱਕ ਪੱਤੇ ਜਿਹੜੇ ਹਨ ਉਹ ਉਬਾਲੇ ਸਨ। ਕਿਸੇ ਵੀ ਤਰ੍ਹਾਂ ਦੇ ਹਰੇ ਪੱਤੇ ਤੁਸੀਂ ਵਰਤ ਸਕਦੇ ਹੋ। ਇਹਨਾਂ ਪੱਤਿਆਂ ਨੂੰ ਅਸੀਂ ਗ੍ਰਾਈਂਡ ਕਰਕੇ ਇੱਕ ਚਟਨੀ ਜਿਹੀ ਬਣਾ ਲਵਾਂਗੇ। ਜਦੋਂ ਅਸੀਂ ਪੱਤਿਆਂ ਨੂੰ ਉਬਾਲ ਕੇ ਇਹਨਾਂ ਦਾ ਪਾਣੀ ਕੱਢ ਦਿੰਦੇ ਹਾਂ ਤਾਂ ਇਹ ਯੂਰਿਕ ਐਸਿਡ ਦੇ ਪੇਸ਼ੈਂਟਸ ਲਈ ਵੀ ਠੀਕ ਹੋ ਜਾਂਦੇ ਹਨ ਤੇ ਜੋੜਾਂ ਦੇ ਦਰਦਾਂ ਲਈ ਵੀ ਬਹੁਤ ਵਧੀਆ ਰਹਿੰਦੇ ਹਨ। ਇਸ ਨੂੰ ਅਸੀਂ ਗ੍ਰਾਈਂਡ ਕਰ ਲਿਆ ਹੈ। ਇਸ ਪੇਸਟ ਨੂੰ ਅਸੀਂ ਦਹੀਂ ਦੇ ਵਿੱਚ ਮਿਕਸ ਕਰਕੇ ਆਪਣਾ ਰਾਇਤਾ ਤਿਆਰ ਕਰ ਲਵਾਂਗੇ। ਬਹੁਤ ਹੀ ਜਲਦੀ ਦੇ ਵਿੱਚ ਸਾਡਾ ਨਿਊਟ੍ਰੀਸ਼ੀਅਸ ਬ੍ਰੇਕਫਾਸਟ ਤਿਆਰ ਹੋ ਜਾਂਦਾ ਹੈ। ਸਾਨੂੰ ਅਲੱਗ ਤੋਂ ਸਬਜ਼ੀ ਬਣਾਉਣ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਤੁਸੀਂ ਇਸ ਰੈਸਿਪੀ ਨੂੰ ਲੰਚ ਲਈ ਪੈਕ ਕਰਕੇ ਵੀ ਲੈ ਕੇ ਜਾ ਸਕਦੇ ਹੋ ਤੇ ਜਦੋਂ ਤੁਸੀਂ ਲੰਚ ਲਈ ਖਾਣੀ ਹੈ ਤਾਂ ਤੁਸੀਂ ਰਾਇਤੇ ਦੀ ਜਗ੍ਹਾ ਕੋਈ ਵੀ ਪ੍ਰੋਟੀਨ ਵਾਲੀ ਸਬਜ਼ੀ ਇਸ ਦੇ ਨਾਲ ਲੈ ਸਕਦੇ ਹੋ, ਜਿਵੇਂ ਕਿ ਦਾਲਾਂ, ਛੋਲੇ, ਰਾਜਮਾ ਜਾਂ ਪਨੀਰ।
ਤੋਂ 25 ਸਾਲ ਦੀ ਉਮਰ ਤੱਕ ਸਾਨੂੰ ਕੋਈ ਬਹੁਤਾ ਨਹੀਂ ਪਤਾ ਚੱਲਦਾ ਕਿ ਅਸੀਂ ਜੋ ਵੀ ਖਾ ਰਹੇ ਹਾਂ ਸਾਡੀ ਗੱਟ ਪਚਾਉਂਦੀ ਰਹਿੰਦੀ ਹੈ। ਉਸ ਤੋਂ ਬਾਅਦ ਜਿਵੇਂ-ਜਿਵੇਂ ਏਜ ਦੇ ਹਿਸਾਬ ਨਾਲ ਸਾਡਾ ਮੈਟਾਬੋਲਿਜ਼ਮ ਸਲੋ ਹੁੰਦਾ ਜਾਂਦਾ ਹੈ, ਸਾਨੂੰ ਆਪਣੇ ਭੋਜਨ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਇਹ ਰਾਇਤਾ ਜਿਹੜਾ ਹੈ ਉਹ ਬਿਲਕੁਲ ਤਿਆਰ ਹੈ ਤੇ ਆਟਾ ਵੀ ਸਾਡਾ ਬਿਲਕੁਲ ਸੈੱਟ ਹੋ ਚੁੱਕਿਆ ਹੈ ਤੇ ਇਸ ਤੋਂ ਬਾਅਦ ਅਸੀਂ ਰੋਟੀ ਨੂੰ ਤਿਆਰ ਕਰ ਲਵਾਂਗੇ। ਰੋਟੀ ਨੂੰ ਉਸੇ ਤਰ੍ਹਾਂ ਵੇਲ ਲੈਣਾ ਹੈ ਜਿਵੇਂ ਕਿ ਅਸੀਂ ਆਮ ਹਰ ਰੋਜ਼ ਆਪਣੀ ਰੋਟੀ ਨੂੰ ਵੇਲਦੇ ਹਾਂ, ਪਰ ਇਹ ਥੋੜੀ ਜਿਹੀ ਸਪੈਸ਼ਲ ਹੈ, ਬਹੁਤ ਨਿਊਟ੍ਰੀਸ਼ੀਅਸ ਹੈ। ਜਿਨ੍ਹਾਂ ਨੂੰ ਬੀਟਰੂਟ ਪਸੰਦ ਨਹੀਂ ਹੁੰਦੀ, ਚਾਹੇ ਉਹ ਛੋਟੇ ਬੱਚੇ ਹੀ ਹਨ, ਉਹ ਵੀ ਇਸ ਨੂੰ ਬਹੁਤ ਆਸਾਨੀ ਨਾਲ ਖਾ ਲੈਂਦੇ ਹਨ ਕਿਉਂਕਿ ਰੋਟੀ ਬਣਨ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਅਸੀਂ ਜੇ ਬੱਚਿਆਂ ਲਈ ਬਣਾਉਂਦੇ ਹਾਂ ਜਾਂ ਜਿਹੜੇ ਬਹੁਤ ਜ਼ਿਆਦਾ ਪਤਲੇ ਹਨ ਉਹਨਾਂ ਨੇ ਇਸ ਨੂੰ ਵਰਤਣਾ ਹੈ ਤਾਂ ਤੁਸੀਂ ਇਸ ਨੂੰ ਘਿਓ ਅੰਦਰ ਲਗਾ ਕੇ ਇਸ ਤਰ੍ਹਾਂ ਫੋਲਡ ਕਰਕੇ ਚੌਰਸ ਪਰੌਂਠੇ ਦੀ ਤਰ੍ਹਾਂ ਵੀ ਵੇਲ ਸਕਦੇ ਹੋ। ਪਰ ਜਦੋਂ ਅਸੀਂ ਇਸ ਨੂੰ ਤਵੇ ਤੇ ਸੇਕਣਾ ਹੈ ਉਸ ਟਾਈਮ ਤੇ ਉੱਪਰ ਘਿਓ ਕਿਸੇ ਨੂੰ ਵੀ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਤੇ ਉਸ ਤਰ੍ਹਾਂ ਇਹ ਪਰਾਂਠਾ ਫਰਾਈਡ ਦੀ ਤਰ੍ਹਾਂ ਬਣ ਜਾਂਦਾ ਹੈ। ਅਸੀਂ ਪਹਿਲੀ ਰੋਟੀ ਪਕਾਉਣ ਲਈ ਤਵੇ ਨੂੰ ਜ਼ਰੂਰ ਘਿਓ ਲਗਾ ਕੇ ਤਿਆਰ ਕਰਨਾ ਹੈ ਕਿਉਂਕਿ ਲੋਹੇ ਦਾ ਤਵਾ ਹੈ, ਇਸ ਦੇ ਨਾਲ ਹੋ ਸਕਦਾ ਹੈ ਕਿ ਜੇ ਅਸੀਂ ਇਸ ਤਰ੍ਹਾਂ ਤਵਾ ਤਿਆਰ ਨਾ ਕਰੀਏ ਤਾਂ ਰੋਟੀ ਚੰਗੀ ਨਾ ਬਣੇ। ਪਰ ਅਗਲੀਆਂ ਰੋਟੀਆਂ ਜਦੋਂ ਅਸੀਂ ਬਣਾਉਂਦੇ ਰਵਾਂਗੇ ਤਾਂ ਬਿਲਕੁਲ ਕਿਸੇ ਤਰ੍ਹਾਂ ਦੇ ਘਿਓ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਸ ਨੂੰ ਅਸੀਂ ਸੇਕ ਲਵਾਂਗੇ। ਇੱਕ ਰੋਟੀ ਮੈਂ ਇਸ ਤਰ੍ਹਾਂ ਸੇਕ ਰਹੀ ਹਾਂ ਜਿਸ ਤਰ੍ਹਾਂ ਪਰਾਂਠੇ ਦੀ ਤਰ੍ਹਾਂ ਚੌਰਸ ਵੇਲੀ ਹੈ, ਇੱਕ ਮੈਂ ਬਿਲਕੁਲ ਗੋਲ ਸਿੰਪਲ ਸੇਕ ਲਵਾਂਗੀ। ਜਿਸ ਤਰ੍ਹਾਂ ਦੀ ਤੁਹਾਨੂੰ ਪਸੰਦ ਹੋਵੇ ਤੁਸੀਂ ਉਸ ਤਰ੍ਹਾਂ ਰੋਟੀ ਤਿਆਰ ਕਰ ਸਕਦੇ ਹੋ। ਰੋਟੀ ਦੀ ਮਾਤਰਾ ਓਨੀ ਹੀ ਹੈ ਜਿੰਨੀ ਤੁਹਾਨੂੰ ਭੁੱਖ ਹੈ, ਬਲਕਿ ਭੁੱਖ ਤੋਂ ਅੱਧੀ ਰੋਟੀ ਘੱਟ ਹੀ ਚੰਗੀ ਹੈ। ਜੇ ਰਾਤ ਦੇ ਸਮੇਂ ਇਸ ਨੂੰ ਲੈਣਾ ਚਾਹੁੰਦੇ ਹੋ ਜਾਂ ਤਾਂ ਕੋਈ ਹਰੀ ਸਬਜ਼ੀ ਜਾਂ ਚਟਨੀ ਨਾਲ ਲੈ ਲਓ। ਚਾਹੇ ਤੁਸੀਂ weight loss ਕਿਉਂ ਨਾ ਕਰ ਰਹੇ ਹੋ, ਫਿਰ ਵੀ ਰੋਟੀ ਨੂੰ ਜ਼ਰੂਰ ਚੋਪੜਨਾ ਚਾਹੀਦਾ ਹੈ ਜੇ ਦਿਨ ਦੇ ਸਮੇਂ ਖਾਂਦੇ ਹਾਂ, ਪਰ ਰਾਤ ਵੇਲੇ ਬੇਸ਼ੱਕ ਤੁਸੀਂ ਸੁੱਕੀ ਰੋਟੀ ਖਾ ਲਓ ਤੇ ਇਸ ਨੂੰ ਅਸੀਂ ਰਾਇਤੇ ਦੇ ਨਾਲ ਸਰਵ ਕਰ ਦਿਆਂਗੇ। ਹੁਣ ਅਸੀਂ ਅਗਲੀ ਸਪੈਸ਼ਲ ਪ੍ਰੋਟੀਨ ਰਿਚ ਰੋਟੀ ਦੀ ਰੈਸਿਪੀ ਦੇਖਦੇ ਹਾਂ। ਇਸ ਰੋਟੀ ਨੂੰ ਬਣਾਉਣ ਦੇ ਲਈ ਮੈਂ 1 ਕੱਪ ਵੇਸਣ ਦਾ ਲੈ ਰਹੀ ਹਾਂ ਤੇ ਕਣਕ ਦਾ ਆਟਾ ਇਸ ਵਿੱਚ ਅੱਧੀ ਮਾਤਰਾ ਦੇ ਵਿੱਚ ਪਾ ਦਿਆਂਗੀ। ਇਸ ਨੂੰ ਅਸੀਂ ਰਲਾ ਲੈਣਾ ਹੈ। ਕਣਕ ਦਾ ਆਟਾ ਥੋੜਾ ਜਿਹਾ ਰਲਾਉਣ ਦੇ ਨਾਲ ਵੇਸਣ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਗੁੰਨ ਸਕਦੇ ਹਾਂ ਤੇ ਇਹ ਰੋਟੀ ਬਹੁਤ ਹੀ ਜ਼ਿਆਦਾ ਪੌਸ਼ਟਿਕ ਬਣੇਗੀ। ਇਸ ਨੂੰ ਅਸੀਂ ਨਾਰਮਲ ਆਟੇ ਦੀ ਤਰ੍ਹਾਂ ਪਾਣੀ ਦੇ ਨਾਲ ਗੁੰਨ ਲੈਣਾ ਹੈ ਤੇ ਇਹ ਵੀ ਰੋਟੀ ਅਸੀਂ ਪੂਰਾ ਸਾਲ ਹੀ ਖਾ ਸਕਦੇ ਹਾਂ। ਆਟੇ ਵਿੱਚ ਕਿਸੇ ਤਰ੍ਹਾਂ ਦੀ ਖੁਸ਼ਕੀ ਨਾ ਰਹੇ ਤੇ ਇਹ ਚੰਗੀ ਤਰ੍ਹਾਂ ਰਸਾਇਆ ਜਾ ਸਕੇ, ਇਸ ਕਰਕੇ 1 ਚਮਚ ਘਿਓ ਲਗਾ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਹੋਰ ਤਿਆਰ ਕਰ ਲਵਾਂਗੇ। ਆਟੇ ਨੂੰ ਗੁੰਨਣ ਤੋਂ ਬਾਅਦ ਅਸੀਂ 15 ਤੋਂ 20 ਮਿੰਟ ਲਈ ਆਟੇ ਨੂੰ ਸੈੱਟ ਹੋਣ ਦੇ ਲਈ ਰੱਖ ਦਿਆਂਗੇ। ਇਹ ਰੋਟੀ ਵੀ ਬਿਮਾਰੀਆਂ ਨੂੰ ਦੂਰ ਕਰਨ ਲਈ ਤੇ weight loss ਲਈ ਬਹੁਤ ਹੀ ਚੰਗੀ ਹੈ। ਆਟੇ ਤੋਂ ਇਲਾਵਾ ਅਸੀਂ ਜੋ ਤਿਆਰੀ ਕਰਨੀ ਹੈ ਉਸ ਲਈ ਅਸੀਂ ਕੁਝ ਸਬਜ਼ੀਆਂ ਲੈ ਰਹੇ ਹਾਂ। ਇਹਦੇ ਵਿੱਚ ਮੈਂ 1 ਸ਼ਿਮਲਾ ਮਿਰਚ ਲੈ ਲਈ ਹੈ ਕੱਟ ਕੇ, 1 ਪਿਆਜ਼ ਲੈ ਲਿਆ ਹੈ ਵੱਡਾ ਕੱਟ ਕੇ ਤੇ ਕੁਝ ਮੇਥੀ ਦੇ ਪੱਤੇ ਲਏ ਹਨ। ਜਦੋਂ ਬਹੁਤ ਜ਼ਿਆਦਾ ਗਰਮੀ ਹੋ ਜਾਏ ਤੁਸੀਂ ਮੇਥੀ ਦੇ ਪੱਤਿਆਂ ਦੀ ਜਗ੍ਹਾ ਧਨੀਏ ਤੇ ਪੁਦੀਨੇ ਦੇ ਪੱਤੇ ਲੈ ਸਕਦੇ ਹੋ। ਇਸ ਰੋਟੀ ਵਿੱਚ ਮੈਂ ਅਜਵਾਇਨ ਦੀ ਜਗ੍ਹਾ ਔਰੀਗੈਨੋ ਹਰਬਸ ਪਾ ਰਹੀ ਹਾਂ। ਇਹ ਉਹੀ ਹਰਬਸ ਹਨ ਜਿਹੜੀਆਂ ਕਿ ਪੀਜ਼ੇ ਦੇ ਵਿੱਚ ਹੁੰਦੀਆਂ ਹਨ, ਤਾਂ ਬੱਚਿਆਂ ਨੂੰ ਵੀ ਇਹ ਰੋਟੀ ਬਹੁਤ ਸਵਾਦ ਲੱਗਦੀ ਹੈ ਤੇ ਕਈ ਵਾਰ ਤੁਹਾਨੂੰ ਪੀਜ਼ੇ ਦੀ ਕ੍ਰੇਵਿੰਗ ਹੋਵੇ ਤਾਂ ਤੁਸੀਂ ਬਿਲਕੁਲ ਇਸ ਤਰ੍ਹਾਂ ਰੋਟੀ ਤਿਆਰ ਕਰੋਗੇ ਤਾਂ ਤੁਹਾਨੂੰ ਉਸੇ ਤਰ੍ਹਾਂ ਦਾ ਫਲੇਵਰ ਆਏਗਾ। ਆਓ ਹੁਣ ਰੋਟੀ ਨੂੰ ਵੇਲ ਲੈਂਦੇ ਹਾਂ। ਅਸੀਂ ਪਹਿਲਾਂ ਪੇੜਾ ਬਣਾ ਲੈਣਾ ਹੈ, ਬਿਲਕੁਲ ਉਸੇ ਤਰ੍ਹਾਂ ਸਧਾਰਨ ਜਿਸ ਤਰ੍ਹਾਂ ਅਸੀਂ ਹਰ ਰੋਜ਼ ਹੀ ਪੇੜਾ ਬਣਾਉਂਦੇ ਹਾਂ। ਮੈਂ ਅਕਸਰ ਜਿੰਨੀਆਂ ਵੀ ਰੋਟੀਆਂ ਬਣਾਉਂਦੀ ਹਾਂ ਥੋੜਾ ਜਿਹਾ ਮੇਰਾ ਪੇੜਾ ਵੱਡਾ ਹੁੰਦਾ ਹੈ, ਪਰ ਓਨਾ ਵੱਡਾ ਨਹੀਂ ਜਿੰਨਾ ਸਾਡੀਆਂ ਪੁਰਾਣੀਆਂ ਦਾਦੀਆਂ ਬਣਾਉਂਦੀਆਂ ਸੀ। ਪਰ ਇੰਨਾ ਛੋਟਾ ਵੀ ਨਾ ਬਣਾਓ ਕਿ ਬਹੁਤ ਪਤਲੀ ਰੋਟੀ ਹੋ ਜਾਵੇ। ਰੋਟੀ ਥੋੜੀ ਜਿਹੀ ਮੋਟੀ ਰਵੇ ਤਾਂ ਜ਼ਿਆਦਾ ਵਧੀਆ ਰਹਿੰਦੀ ਹੈ। ਹੁਣ ਅਸੀਂ ਰੋਟੀ ਨੂੰ ਵੇਲ ਲੈਣਾ ਹੈ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਹਰ ਰੋਜ਼ ਆਪਣੀ ਰੋਟੀ ਵੇਲਦੇ ਹਾਂ। ਹੁਣ ਅਸੀਂ ਜਿਹੜੀਆਂ ਸਬਜ਼ੀਆਂ ਬਰੀਕ-ਬਰੀਕ ਕੱਟੀਆਂ ਹਨ ਉਹ ਇਸ ਰੋਟੀ ਦੇ ਉੱਪਰ ਲਗਾ ਦਿਆਂਗੇ। ਜਿੰਨੀਆਂ ਸਬਜ਼ੀਆਂ ਅਸੀਂ ਲਗਾ ਸਕਦੇ ਹਾਂ ਓਨੀ ਕੋਸ਼ਿਸ਼ ਕਰਨੀ ਹੈ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਫੈਲਾਉਣ ਤੋਂ ਬਾਅਦ ਇਸ ਦੇ ਉੱਪਰ ਥੋੜਾ ਜਿਹਾ ਸੁੱਕਾ ਆਟਾ ਜਿਹੜਾ ਹੈ ਉਹ ਧੂੜ ਦੇਣਾ ਹੈ, ਜਿਸ ਕਰਕੇ ਇਹ ਸਬਜ਼ੀਆਂ ਚੰਗੀ ਤਰ੍ਹਾਂ ਚਿਪਕ ਜਾਣਗੀਆਂ ਤੇ ਉਤਰਨਗੀਆਂ ਨਹੀਂ। ਇਹ ਰੋਟੀ ਵੀ ਆਪਣੇ ਆਪ ਵਿੱਚ ਬਹੁਤ ਸੰਪੂਰਨ ਹੈ। ਜੇ ਸਾਡੇ ਤੋਂ ਸਬਜ਼ੀ ਨਾ ਬਣੇ ਤਾਂ ਵੀ ਆਟੇ ਦੇ ਵਿੱਚ ਅਸੀਂ ਵੇਸਣ ਪਾ ਲਿਆ ਹੈ ਤਾਂ ਸਾਨੂੰ ਦਾਲ ਦੀ ਜਗ੍ਹਾ ਉਹ ਪ੍ਰੋਟੀਨ ਦੇ ਦੇਵੇਗਾ ਤੇ ਸਬਜ਼ੀਆਂ ਅਸੀਂ ਬਹੁਤ ਸਾਰੀਆਂ ਇਸ ਦੇ ਵਿੱਚ ਵਰਤ ਰਹੇ ਹਾਂ। ਹੁਣ ਅਸੀਂ ਨਮਕ ਤੇ ਮਿਰਚ ਪਾ ਲੈਣਾ ਹੈ ਆਪਣੇ ਸਵਾਦ ਦੇ ਅਨੁਸਾਰ, ਕਿਉਂਕਿ ਨਮਕ ਮਿਰਚ ਅਸੀਂ ਸਬਜ਼ੀਆਂ ਦੇ ਵਿੱਚ ਨਹੀਂ ਪਾਇਆ, ਮਿਕਸ ਨਹੀਂ ਕੀਤਾ ਕਿਉਂਕਿ ਉਹ ਪਾਣੀ ਛੱਡ ਦਿੰਦੀਆਂ, ਫਿਰ ਰੋਟੀ ਪਕਾਉਣੀ ਥੋੜੀ ਔਖੀ ਹੋ ਜਾਂਦੀ। ਤੇ ਇਹਨੂੰ ਅਸੀਂ ਹੁਣ ਵੇਲ ਲਵਾਂਗੇ ਥੋੜਾ ਜਿਹਾ ਹੋਰ, ਜਿਸ ਨਾਲ ਸਾਰੀਆਂ ਸਬਜ਼ੀਆਂ ਰੋਟੀ ਦੇ ਉੱਪਰ ਚਿਪਕ ਜਾਣਗੀਆਂ। ਅਸੀਂ ਇਹ ਚਾਹੁੰਦੇ ਹਾਂ ਕਿ 25 ਤੋਂ 30 ਸਾਲ ਦੀ ਉਮਰ ਤੋਂ ਬਾਅਦ ਅਸੀਂ ਬਿਮਾਰੀਆਂ ਨਾਲ ਗ੍ਰਸਤ ਨਾ ਹੋਈਏ, ਸਾਡੀ એનર્ਜੀ ਉਸੇ ਤਰ੍ਹਾਂ ਬਰਕਰਾਰ ਰਵੇ ਤੇ ਅਸੀਂ ਕਦੀ ਵੀ ਥਕਾਵਟ ਮਹਿਸੂਸ ਨਾ ਕਰੀਏ। ਤਾਂ ਸਾਨੂੰ ਕਾਫੀ ਸਾਰੀਆਂ ਸਬਜ਼ੀਆਂ ਆਪਣੀ ਰੋਟੀ ਦੇ ਵਿੱਚ ਸ਼ਾਮਿਲ ਕਰਨੀਆਂ ਪੈਣਗੀਆਂ। ਸਾਡੀ ਜਿਹੜੀ ਡਾਈਟ ਹੈ ਉਹ ਬੈਲੈਂਸ ਹੋਣੀ ਚਾਹੀਦੀ ਹੈ। ਕੱਚਾ ਸਲਾਦ ਵੀ ਹਮੇਸ਼ਾ ਨਹੀਂ ਖਾਦਾ ਜਾਂਦਾ ਤੇ ਹਰ ਚੀਜ਼ ਕੱਚੀ ਚੰਗੀ ਵੀ ਨਹੀਂ ਲੱਗਦੀ। ਇਸ ਤਰੀਕੇ ਸੌਖਾ ਹੈ, ਥੋੜਾ ਸਟੀਮ ਵੀ ਹੋ ਜਾਂਦਾ ਹੈ, ਵਾਤ ਰੋਗ ਵੀ ਨਹੀਂ ਵੱਧਦਾ ਤੇ ਪਚਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ।
ਹੁਣ ਅਸੀਂ ਇਸ ਰੋਟੀ ਨੂੰ ਸੇਕ ਲਵਾਂਗੇ। ਜਿਸ ਤਰ੍ਹਾਂ ਅਸੀਂ ਆਮ ਹਰ ਰੋਜ਼ ਆਪਣੀ ਰੋਟੀ ਪਕਾਉਂਦੇ ਹਾਂ, ਇਸ ਨੂੰ ਥੋੜਾ ਪਲਟੇ ਦੀ ਸਹਾਇਤਾ ਨਾਲ ਪਲਟ ਲਵਾਂਗੇ ਤਾਂ ਕਿ ਜਿਹੜੇ ਸਬਜ਼ੀਆਂ ਨੇ ਉਹ ਉਤਰਨ ਨਾ। ਇਸ ਰੋਟੀ ਵਿੱਚ ਜਿਹੜੀਆਂ ਸਬਜ਼ੀਆਂ ਹਨ ਉਹ ਥੋੜੀਆਂ ਜਿਹੀਆਂ ਤਵੇ ਦੇ ਉੱਪਰ ਰੋਸਟ ਹੋ ਜਾਂਦੀਆਂ ਹਨ ਤਾਂ ਬਹੁਤ ਹੀ ਸਮੋਕੀ ਜਿਹਾ ਫਲੇਵਰ ਵੀ ਆਉਂਦਾ ਹੈ ਤੇ ਇਹ ਬਹੁਤ ਸਵਾਦ ਲੱਗਦੀ ਹੈ ਰੋਟੀ। ਜਿਹੜੀ ਰੋਗ ਮੁਕਤੀ ਦੀ ਜਰਨੀ ਹੈ ਇਹ ਇੰਨੀ ਆਸਾਨ ਨਹੀਂ ਹੁੰਦੀ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ। ਸ਼ੁਰੂਆਤੀ ਤੌਰ ਤੇ ਸਾਨੂੰ ਆਪਣੇ ਆਪ ਨੂੰ ਤਿਆਰ ਕਰਨ ਲਈ ਕੁਝ ਐਫਰਟਸ ਕਰਨੇ ਪੈਂਦੇ ਹਨ। ਬਹੁਤ ਸਾਰਾ ਭੋਜਨ ਦੇ ਵਿੱਚ ਬਦਲਾਵ ਕਰਨਾ ਪੈਂਦਾ ਹੈ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹਨ ਇਹਦੇ ਨਾਲ ਅਸੀਂ ਭੋਜਨ ਨਾਲ ਜੁੜਦੇ ਹਾਂ, ਭੋਜਨ ਦੇ ਪ੍ਰਤੀ ਸਾਡਾ ਜਿਹੜਾ ਸਵਾਦ ਹੈ ਉਹ ਪੈਦਾ ਹੁੰਦਾ ਹੈ ਤੇ ਇਸੇ ਤਰ੍ਹਾਂ ਦਾ ਭੋਜਨ ਜਿਹੜਾ ਸਾਦਾ ਵੀ ਹੋਵੇ ਸਾਨੂੰ ਟੇਸਟੀ ਲੱਗਣ ਲੱਗ ਜਾਂਦਾ ਹੈ ਤੇ ਸਾਡੇ ਲਈ ਉਹ ਜਰਨੀ ਹੌਲੀ-ਹੌਲੀ ਬਹੁਤ ਸੌਖੀ ਹੋ ਜਾਂਦੀ ਹੈ। ਤੁਸੀਂ ਇਸ ਰੋਟੀ ਨੂੰ ਸਿੰਪਲ ਤਰੀਕੇ ਨਾਲ ਵੀ ਬਣਾ ਸਕਦੇ ਹੋ, ਜਿਸ ਤਰ੍ਹਾਂ ਕਿ ਰੋਟੀ ਨੂੰ ਥੋੜਾ ਜਿਹਾ ਵੇਲ ਲਓ ਤੇ ਇਸ ਵਿੱਚ ਨਮਕ ਤੇ ਮਿਰਚ ਪਹਿਲਾਂ ਲਗਾ ਲਓ ਤੇ ਉਸ ਤੋਂ ਬਾਅਦ ਸਬਜ਼ੀਆਂ ਨੂੰ ਸਟਫ ਕਰਕੇ, ਇਸ ਤਰ੍ਹਾਂ ਅਸੀਂ ਸਟਫਿੰਗ ਵਾਲੀ ਰੋਟੀ ਤਿਆਰ ਕਰਦੇ ਹਾਂ, ਬਿਲਕੁਲ ਉਸੇ ਤਰੀਕੇ ਤੁਸੀਂ ਰੋਟੀ ਤਿਆਰ ਕਰ ਸਕਦੇ ਹੋ ਤੇ ਉਹਨੂੰ ਸੇਕ ਸਕਦੇ ਹੋ। ਦੋਨੋਂ ਤਰ੍ਹਾਂ ਦੀਆਂ ਰੋਟੀਆਂ ਹੀ ਬਹੁਤ ਵਧੀਆ ਬਣਦੀਆਂ ਹਨ। ਇਸ ਤਰ੍ਹਾਂ ਦੀਆਂ ਰੈਸਿਪੀਜ਼ ਜੇ ਅਸੀਂ ਐਡ ਕਰ ਲਵਾਂਗੇ ਤਾਂ ਸਾਡੀ ਲਾਈਫ ਬਹੁਤ ਸੌਖੀ ਹੋ ਜਾਏਗੀ। ਅਸੀਂ ਆਪਣੇ ਪੂਰੇ ਪਰਿਵਾਰ ਨੂੰ ਪੌਸ਼ਟਿਕ ਭੋਜਨ ਦੇ ਸਕਦੇ ਹਾਂ। ਜਦੋਂ ਵੀ ਤੁਸੀਂ ਇਸ ਰੋਟੀ ਨੂੰ ਖਾਓ ਤਾਂ ਚੋਪੜ ਜ਼ਰੂਰ ਲਓ ਕਿਉਂਕਿ ਵੇਸਨ ਡਰਾਈ ਹੁੰਦਾ ਹੈ ਤੇ ਵੈਸੇ ਵੀ ਰੋਟੀ ਨੂੰ ਥੋੜਾ ਜਿਹਾ ਚੋਪੜ ਲੈਣਾ ਚਾਹੀਦਾ ਹੈ। ਰਾਤ ਵਾਲੀ ਰੋਟੀ ਬੇਸ਼ੱਕ ਬਿਨਾਂ ਚੋਪੜੇ ਹੋਏ ਲੈ ਲਓ। ਕਿਸੇ ਵੀ ਰੂਪ ਵਿੱਚ ਅਸੀਂ ਥੋੜਾ ਬਹੁਤ ਘਿਓ ਜੇ ਡਾਇਰੈਕਟ ਕੰਜ਼ਿਊਮ ਕਰਦੇ ਹਾਂ ਤਾਂ ਇਹ ਸਾਡੀ ਏਜਿੰਗ ਤੇ ਵੀ ਅਸਰ ਪਾਉਂਦਾ ਹੈ। ਬੁਢਾਪਾ ਜਲਦੀ ਨਹੀਂ ਲੈ ਕੇ ਆਉਂਦਾ, ਨਾਲ ਹੀ ਨਾਲ ਜੁਆਇੰਟਸ ਦੀ ਲੁਬਰੀਕੇਸ਼ਨ ਬਣਾ ਕੇ ਰੱਖਦਾ ਹੈ, ਪੇਟ ਨੂੰ ਵੀ ਸੌਫਟ ਰੱਖਦਾ ਹੈ, ਕਬਜ਼ ਤੋਂ ਸਾਨੂੰ ਬਚਾਉਂਦਾ ਹੈ। ਇਸ ਰੋਟੀ ਨੂੰ ਮੈਂ ਦਹੀਂ ਦੇ ਨਾਲ ਸਰਵ ਕਰ ਰਹੀ ਹਾਂ। ਤੁਸੀਂ ਮੱਖਣ, ਲੱਸੀ ਜਾਂ ਕੋਈ ਸਬਜ਼ੀ ਲੈ ਸਕਦੇ ਹੋ। ਇਹ ਖਿਆਲ ਕਰਨਾ ਹੈ ਕਿ ਦਹੀਂ ਦੀ ਵਰਤੋਂ ਰਾਤ ਵੇਲੇ ਬਿਲਕੁਲ ਵੀ ਨਹੀਂ ਕਰਨੀ। ਡਿਨਰ ਟਾਈਮ ਦੇ ਵਿੱਚ ਕੋਈ ਵੀ ਹਰੀ ਸਬਜ਼ੀ ਵਰਤਣ ਦੀ ਕੋਸ਼ਿਸ਼ ਕਰੋ। ਦਾਲ, ਪਨੀਰ ਆਦਿ ਤੋਂ ਵੀ ਬਚਣਾ ਚਾਹੀਦਾ ਹੈ। ਆਓ ਹੁਣ ਅਗਲੀ ਪੌਸ਼ਟਿਕ ਹਰਿਆਲੀ ਰੋਟੀ ਪਕਾਉਂਦੇ ਹਾਂ। ਇਸ ਰੋਟੀ ਨੂੰ ਬਣਾਉਣ ਲਈ ਅਸੀਂ ਕਾਫੀ ਸਾਰੀਆਂ ਸਬਜ਼ੀਆਂ ਦਾ ਇਸਤੇਮਾਲ ਕਰਾਂਗੇ। ਤੁਹਾਡੇ ਘਰ ਜਿੰਨੀਆਂ ਵੀ ਸਬਜ਼ੀਆਂ ਪਈਆਂ ਹੋਣ ਤੁਸੀਂ ਵਰਤ ਸਕਦੇ ਹੋ। ਮੈਂ ਇੱਥੇ ਕੁਝ ਪਾਲਕ ਦੇ ਪੱਤੇ ਲਏ ਹਨ। ਜ਼ਿਆਦਾ ਗਰਮੀ ਵਿੱਚ ਅਸੀਂ ਧਨੀਏ ਤੇ ਪੁਦੀਨੇ ਦੇ ਪੱਤੇ ਲੈ ਸਕਦੇ ਹਾਂ। ਥੋੜੀ ਜਿਹੀ ਪੱਤਾ ਗੋਭੀ ਲੈ ਲਈ ਹੈ, ਨਾਲ ਗਾਜਰ ਲਈ ਹੈ, ਕੁਝ ਮਟਰ ਲਏ ਹਨ ਤੇ ਰੋਟੀ ਵਿੱਚ ਕਰਾਰਾਪਨ ਲੈ ਕੇ ਆਉਣ ਲਈ ਕੁਝ ਲਸਣ ਦੀਆਂ ਕਲੀਆਂ, ਹਰੀ ਮਿਰਚ ਤੇ ਕੱਚੀ ਹਲਦੀ ਲੈ ਲਈ ਹੈ। ਕੱਚੀ ਹਲਦੀ ਦੀ ਜਗ੍ਹਾ ਤੁਸੀਂ ਨਾਰਮਲ ਸੁੱਕੀ ਹਲਦੀ ਵੀ ਵਰਤੋਂ ਕਰ ਸਕਦੇ ਹੋ ਤੇ ਲਸਣ ਦੀ ਵਰਤੋਂ ਥੋੜੀ ਜਿਹੀ ਤਾਂ ਕਰ ਲੈਣੀ ਚਾਹੀਦੀ ਹੈ। ਹਲੇ ਮਾਰਚ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਐਸਿਡਿਟੀ ਦੀ ਪ੍ਰੋਬਲਮ ਹੈ ਉਹ 1 ਜਾਂ 2 ਪਾ ਸਕਦੇ ਹਨ ਜਾਂ ਸਕਿਪ ਕਰ ਸਕਦੇ ਹਨ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰਾਈਂਡ ਕਰ ਲਵਾਂਗੇ। ਥੋੜਾ ਜਿਹਾ ਅਸੀਂ ਨਾਲ ਪਾਣੀ ਪਾ ਦਿਆਂਗੇ, ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ, ਬਸ ਇੰਨਾ 2-4 ਚਮਚੇ ਪਾਉਣਾ ਹੈ ਕਿ ਇਸ ਦਾ ਪੇਸਟ ਜਿਹੜਾ ਹੈ ਉਹ ਵਧੀਆ ਤਿਆਰ ਹੋ ਜਾਏ। ਪੇਸਟ ਅਸੀਂ ਗਾੜਾ ਹੀ ਤਿਆਰ ਕਰਾਂਗੇ। ਦੇਖੋ ਕਿ ਇਸ ਰੋਟੀ ਰਾਹੀਂ ਵੀ ਸਾਨੂੰ ਕਿੰਨਾ ਜ਼ਿਆਦਾ ਪੋਸ਼ਣ ਮਿਲ ਜਾਏਗਾ। ਅਸਲ ਵਿੱਚ ਅਸੀਂ 30 ਸਾਲ ਦੀ ਉਮਰ ਤੋਂ ਬਾਅਦ ਇਹ ਕੋਸ਼ਿਸ਼ ਤਾਂ ਜ਼ਰੂਰ ਕਰਦੇ ਹਾਂ ਕਿ ਅਸੀਂ ਮਲਟੀਵਿਟਾਮਿਨ ਸ਼ੁਰੂ ਕਰ ਦਈਏ ਲੈਣੇ, ਜਾਂ ਫਿਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜਿਹੜੇ ਕਿ ਫਾਈਬਰ ਰਿਚ ਡਾਈਟ ਨਹੀਂ ਲੈਂਦੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਐਸਿਡਿਟੀ ਬਣਨੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਦਾ ਪੇਟ ਖੁੱਲ੍ਹ ਕੇ ਸਾਫ਼ ਨਹੀਂ ਹੁੰਦਾ ਤੇ ਉਹ ਹਰ ਰੋਜ਼ ਸਵੇਰੇ ਐਂਟਾਐਸਿਡਸ ਲੈਂਦੇ ਹਨ। ਪਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੀ ਜ਼ਿੰਦਗੀ ਜਿੰਨਾ ਕੁਦਰਤ ਦੇ ਨੇੜੇ ਹੋਵੇ ਓਨਾ ਚੰਗਾ ਹੈ। ਅਸੀਂ ਆਪਣੇ ਸਰੀਰ ਦਾ ਨਿਰਵਾਹ ਕੁਦਰਤੀ ਚੀਜ਼ਾਂ ਨਾਲ ਕਰੀਏ ਤਾਂ ਬਹੁਤ ਵਧੀਆ ਹੈ। ਆਓ ਹੁਣ ਅਸੀਂ ਆਟਾ ਤਿਆਰ ਕਰਦੇ ਹਾਂ। ਆਟੇ ਦੇ ਲਈ ਇੱਥੇ ਮੈਂ 1 ਕੱਪ ਮੱਕੀ ਦਾ ਆਟਾ ਲੈ ਰਹੀ ਹਾਂ ਤੇ 1 ਕੱਪ ਹੀ ਕਣਕ ਦਾ ਆਟਾ ਲੈ ਰਹੀ ਹਾਂ। ਹਲੇ ਮਾਰਚ ਦੇ ਮਹੀਨੇ ਤੱਕ ਅਸੀਂ ਚਾਹੀਏ ਤਾਂ ਮੱਕੀ ਦਾ ਆਟਾ ਖਾ ਸਕਦੇ ਹਾਂ। ਥੋੜਾ ਜਿਹਾ ਸੈਂਧਾ ਨਮਕ ਪਾ ਦਿੱਤਾ ਹੈ, ਥੋੜੀ ਜਿਹੀ ਅਜਵੈਨ ਪਾਈ ਹੈ ਤੇ ਇਸ ਨੂੰ ਮੈਂ ਰਲਾ ਲੈਣਾ ਹੈ। ਜੇ ਤੁਸੀਂ ਮੱਕੀ ਦਾ ਆਟਾ ਨਹੀਂ ਵਰਤਣਾ ਚਾਹੁੰਦੇ ਤਾਂ ਤੁਸੀਂ ਇਸ ਵਿੱਚ ਵੇਸਣ ਦਾ ਆਟਾ, ਜੌਂ ਦਾ ਆਟਾ ਜਾਂ ਜਵਾਰ ਦਾ ਆਟਾ ਮਿਲਾ ਸਕਦੇ ਹੋ। ਹੁਣ ਅਸੀਂ ਉਹ ਪੇਸਟ ਜਿਹੜਾ ਹੈ ਇਸ ਦੇ ਵਿੱਚ ਪਾ ਦਿਆਂਗੇ ਤੇ ਪਹਿਲਾਂ ਅਸੀਂ ਪੇਸਟ ਦੇ ਨਾਲ ਹੀ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਕਿਉਂਕਿ ਇਸ ਆਟੇ ਦੇ ਲਈ ਪਾਣੀ ਦੀ ਜ਼ਰੂਰਤ ਬਹੁਤ ਹੀ ਥੋੜੀ ਪਏਗੀ। ਇਹ ਪੇਸਟ ਕਾਫੀ ਗਿੱਲਾ ਹੈ। ਮਿਕਸਰ ਦੇ ਵਿੱਚ ਹੀ ਅਸੀਂ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਉਸ ਨੂੰ ਉਤਾਰ ਲੈਣਾ ਹੈ ਤੇ ਉਸੇ ਨਾਲ ਇਹ ਆਟਾ ਗੁੰਨਿਆ ਜਾਏਗਾ ਤੇ ਬਹੁਤ ਹੀ ਸੋਹਣਾ ਹਰੇ ਰੰਗ ਦਾ ਆਟਾ ਸਾਡਾ ਤਿਆਰ ਹੋ ਜਾਏਗਾ। ਇਹਨਾਂ ਆਟਿਆਂ ਨੂੰ ਗੁੰਨ ਕੇ ਤਿਆਰ ਕਰਨਾ ਵੀ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਰੋਟੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਜਿਸ ਤਰ੍ਹਾਂ ਕਣਕ ਦੀ 1 ਰੋਟੀ ਖਾਈ ਤਾਂ ਅਸੀਂ ਪੂਰਾ ਦਾ ਪੂਰਾ ਆਟਾ ਹੀ ਖਾਦਾ ਤੇ ਦੂਸਰਾ ਕਣਕ ਦੇ ਆਟੇ ਦਾ ਗਲਾਈਸੈਮਿਕ ਇੰਡੈਕਸ ਬਹੁਤ ਹੀ ਜ਼ਿਆਦਾ ਹੁੰਦਾ ਹੈ ਜਿਹੜਾ ਕਿ ਵੱਧਦੀ ਉਮਰ ਦੇ ਵਿੱਚ ਚੰਗਾ ਨਹੀਂ ਹੁੰਦਾ ਤੇ ਸ਼ੂਗਰ ਦੇ ਰੋਗੀਆਂ ਲਈ ਤਾਂ ਖਾਸ ਕਰਕੇ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਗਲਾਈਸੈਮਿਕ ਇੰਡੈਕਸ ਵੀ ਰੋਟੀ ਦਾ ਘਟ ਜਾਂਦਾ ਹੈ। ਉਸ ਦੇ ਨਾਲ ਇਸ ਆਟੇ ਦੇ ਨਾਲ ਕਾਫੀ ਸਾਰੀਆਂ ਸਬਜ਼ੀਆਂ ਹੁੰਦੀਆਂ ਹਨ ਤੇ ਦੂਸਰਾ ਬਹੁਤ ਤਰ੍ਹਾਂ ਦੇ ਅਸੀਂ ਮੋٹے ਅਨਾਜ ਵੀ ਭੋਜਨ ਦੇ ਵਿੱਚ ਲੈ ਲੈਂਦੇ ਹਾਂ।
ਇਸ ਤਰ੍ਹਾਂ ਦੀ ਰੋਟੀ ਸਾਡੇ ਇੰਟੈਸਟਾਈਨ ਦੇ ਵਿੱਚ ਚੰਗੇ ਬੈਕਟੀਰੀਆ ਨੂੰ ਗਰੋ ਕਰਾਉਣ ਲਈ ਇੱਕ ਚੰਗਾ এনवायरमेंट ਵੀ ਦਿੰਦੀ ਹੈ। ਇਸ ਕਰਕੇ IBS ਦੇ ਰੋਗੀ ਹੋਣ ਜਾਂ ਫਿਰ ਜਿਨ੍ਹਾਂ ਦਾ ਪੇਟ ਅਕਸਰ ਹੀ ਖਰਾਬ ਰਹਿੰਦਾ ਹੈ, ਉਹਨਾਂ ਲਈ ਵੀ ਇਹ ਰੋਟੀਆਂ ਬਹੁਤ ਵਧੀਆ ਰਹਿੰਦੀਆਂ ਹਨ। ਇਸ ਰੋਟੀ ਨੂੰ ਵੀ ਪਕਾ ਕੇ ਤੁਸੀਂ ਲੰਚ ਬਾਕਸ ਦੇ ਵਿੱਚ ਪੈਕ ਕਰ ਸਕਦੇ ਹੋ। ਇਹ ਬਹੁਤ ਵਧੀਆ ਸੌਫਟ ਰਹਿੰਦੀ ਹੈ ਤੇ ਬੱਚਿਆਂ ਨੂੰ ਵੀ ਦਿੱਤੀ ਜਾ ਸਕਦੀ ਹੈ। ਜਿਹੜੇ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ ਜਾਂ ਬਹੁਤ ਥਕਾਨ ਮਹਿਸੂਸ ਕਰਦੇ ਹਨ, ਉਹਨਾਂ ਲਈ ਵੀ ਬਹੁਤ ਵਧੀਆ ਹੈ। ਜਿਨ੍ਹਾਂ ਅੰਦਰ ਖੂਨ ਦੀ ਕਮੀ ਹੈ, ਉਹਨਾਂ ਲਈ ਵੀ ਇਹ ਗ੍ਰੀਨ ਰੋਟੀ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੀ ਹੈ। ਤੇ ਇਸ ਰੋਟੀ ਨੂੰ ਅਸੀਂ ਜਿਵੇਂ ਬ੍ਰੇਕਫਾਸਟ ਦੇ ਵਿੱਚ ਦਹੀਂ ਜਾਂ ਮੱਖਣ ਜਾਂ ਲੱਸੀ ਨਾਲ ਲੈ ਸਕਦੇ ਹਾਂ। ਲੰਚ ਵਿੱਚ ਤੁਸੀਂ ਲੈਣਾ ਚਾਹੋ ਤਾਂ ਕੋਈ ਵੀ ਦਾਲਾਂ ਹੋ ਗਈਆਂ, ਪ੍ਰੋਟੀਨ ਹੋ ਗਿਆ, ਟੋਫੂ ਵੀ ਤੁਸੀਂ ਵਰਤ ਸਕਦੇ ਹੋ, ਸੋਇਆਬੀਨ ਦੀ ਸਬਜ਼ੀ ਵਰਤ ਸਕਦੇ ਹੋ। ਜਿਸ ਤਰ੍ਹਾਂ ਦਾ ਵੀ ਤੁਸੀਂ ਹੈਵੀ ਸਬਜ਼ੀ ਕੋਈ ਲੈਣਾ ਚਾਹੁੰਦੇ ਹੋ ਤਾਂ ਦੁਪਹਿਰ ਦੇ ਸਮੇਂ ਲੈ ਲਓ। ਤੇ ਰਾਤ ਦੇ ਵੇਲੇ ਤੁਸੀਂ ਚਾਹੇ ਤਾਂ ਚਟਨੀ ਨਾਲ ਲੈ ਲਓ ਇਸ ਰੋਟੀ ਨੂੰ, ਤੇ ਜਾਂ ਫਿਰ ਬਿਨਾਂ ਨਮਕ ਤੋਂ ਬਣਾ ਲਓ। ਤੁਸੀਂ ਇਸ ਨੂੰ ਥੋੜੇ ਜਿਹੇ ਗੁੜ ਨਾਲ ਲੈ ਸਕਦੇ ਹੋ, ਤੇ ਜਾਂ ਫਿਰ ਇਸ ਰੋਟੀ ਨੂੰ ਸਿੰਪਲ ਹਰੀ ਸਬਜ਼ੀ ਜਿਵੇਂ ਕੋਈ ਕੱਦੂ, ਘੀਆ, ਤੋਰੀ ਇਸ ਤਰ੍ਹਾਂ ਦੀ ਸਬਜ਼ੀ ਦੇ ਨਾਲ ਰਾਤ ਵੇਲੇ ਲਿਆ ਜਾ ਸਕਦਾ ਹੈ। ਜੇ ਤੁਸੀਂ ਬਹੁਤ ਜ਼ਿਆਦਾ ਵਿਅਸਤ ਰਹਿੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਸਵੇਰ ਦਾ ਨਾਸ਼ਤਾ ਤੇ ਦੁਪਹਿਰ ਦਾ ਲੰਚ ਇੱਕੋ ਵਰਗਾ ਰੱਖ ਸਕਦੇ ਹੋ, ਪਰ ਰਾਤ ਦਾ ਭੋਜਨ ਸਾਡਾ ਹਮੇਸ਼ਾ ਹੀ ਹਲਕਾ ਰਹੇਗਾ। ਇਸ ਕਰਕੇ ਉਸ ਨੂੰ ਸਾਨੂੰ ਅਲੱਗ ਤੋਂ ਤਿਆਰ ਕਰਨਾ ਚਾਹੀਦਾ ਹੈ। ਤੇ ਸਾਡੀ ਕੋਸ਼ਿਸ਼ ਜਿਹੜੀ ਹੈ ਉਹ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਸਵੇਰ ਦਾ ਸਮਾਂ ਕੁਕਿੰਗ ਦੇ ਲਈ ਕੱਢੀਏ, ਤਾਂ ਕਿ ਅਸੀਂ ਆਪਣਾ ਭੋਜਨ ਜਿਹੜਾ ਹੈ ਉਸ ਨੂੰ ਤਾਜ਼ਾ ਤਿਆਰ ਕਰਕੇ ਉਸੇ ਦਿਨ ਦੇ ਅੰਦਰ ਅੰਦਰ ਕੰਜ਼ਿਊਮ ਕਰ ਲਈਏ, ਬਜਾਏ ਇਸ ਦੇ ਕਿ ਸਾਨੂੰ ਰਾਤ ਨੂੰ ਭੋਜਨ ਬਣਾਉਣਾ ਪਏ, ਉਸ ਨੂੰ ਫ੍ਰਿਜ ਵਿੱਚ ਸਟੋਰ ਕਰਨਾ ਪਏ ਤੇ ਅਗਲੇ ਦਿਨ ਅਸੀਂ ਗਰਮ ਕਰਕੇ ਖਾਈਏ। ਤੁਸੀਂ ਜੇ ਤਾਜ਼ਾ ਭੋਜਨ ਨਹੀਂ ਲੈ ਸਕਦੇ ਤਾਂ ਬਿਨਾਂ ਗਰਮ ਕੀਤੇ ਉਸੇ ਭੋਜਨ ਨੂੰ ਖਾ ਲਓ। ਉਹ ਚੰਗਾ ਹੈ ਕਿਉਂਕਿ ਉਸ ਦੇ ਵਿੱਚ ਕਈ ਤਰ੍ਹਾਂ ਦਾ ਪ੍ਰੋਬਾਇਓਟਿਕ ਪੈਦਾ ਹੋ ਜਾਂਦਾ ਹੈ, ਜਿਹੜਾ ਕਿ ਸਾਡੇ ਇੰਟੈਸਟਾਈਨ ਦੇ ਲਈ ਚੰਗਾ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਵੀ ਰੋਟੀ ਸਵੇਰ ਵੇਲੇ ਪਕਾ ਲਈ ਜਾਂਦੀ ਸੀ ਤੇ ਖੇਤਾਂ ਵਿੱਚ ਦੁਪਹਿਰ ਵੇਲੇ ਖਾਧੀ ਜਾਂਦੀ ਸੀ ਬਿਨਾਂ ਗਰਮ ਕੀਤੇ। ਤਾਂ ਇਸ ਤਰ੍ਹਾਂ ਅਸੀਂ ਖਾ ਸਕਦੇ ਹਾਂ, ਪਰ ਭੋਜਨ ਨੂੰ ਵਾਰ-ਵਾਰ ਗਰਮ ਨਾ ਕਰੋ। ਇਸ ਰੋਟੀ ਨੂੰ ਮੈਂ ਦਹੀਂ ਨਾਲ ਸਰਵ ਕਰ ਰਹੀ ਹਾਂ ਤੇ ਦਹੀਂ ਵਿੱਚ ਕੁਝ ਅਨਾਰ ਦੇ ਦਾਣੇ ਪਾ ਕੇ ਇਸ ਦੀ ਪੌਸ਼ਟਿਕਤਾ ਨੂੰ ਮੈਂ ਹੋਰ ਵਧਾ ਦਿੱਤਾ ਹੈ ਤੇ ਵੈਸੇ ਵੀ ਇਹ ਕੰਬੀਨੇਸ਼ਨ ਬਹੁਤ ਵਧੀਆ ਹੈ। ਹੁਣ ਅਸੀਂ ਅਗਲੀ ਰੋਟੀ ਤਿਆਰ ਕਰ ਰਹੇ ਹਾਂ। ਇਸ ਰੋਟੀ ਨੂੰ ਖਾਸ ਤੌਰ ਤੇ ਸਿਰਫ ਜੌਂ ਦੇ ਆਟੇ ਨਾਲ ਤਿਆਰ ਕੀਤਾ ਜਾਏਗਾ ਤੇ ਇਹ ਜਿਹੜੀ ਰੋਟੀ ਹੈ ਇਹ ਡਾਇਬਟੀਜ਼, ਸ਼ੂਗਰ ਦੇ ਰੋਗੀਆਂ ਲਈ ਸਭ ਤੋਂ ਜ਼ਿਆਦਾ ਖਾਸ ਹੈ। ਇਸ ਦੇ ਵਿੱਚ ਅਸੀਂ ਮੇਥੀ ਦੇ ਪੱਤੇ ਪਾ ਰਹੇ ਹਾਂ ਤੇ ਮੇਥੀ ਜਿਹੜੀ ਹੈ ਤੁਸੀਂ ਸੁੱਕੀ ਵੀ ਵਰਤ ਸਕਦੇ ਹੋ ਜੇ ਤੁਹਾਡੇ ਕੋਲ ਹਰੀ ਮੇਥੀ ਨਾ ਹੋਏ। ਨਾਲ ਅਸੀਂ ਆਮਲੇ ਦਾ ਚੂਰਨ ਲੈਣਾ ਹੈ 1 ਚਮਚ ਭਰ ਕੇ, ਤੇ ਇਸ ਤੋਂ ਇਲਾਵਾ ਅਸੀਂ ਹਲਦੀ ਤੇ ਸੈਂਧਾ ਨਮਕ ਦੀ ਵਰਤੋਂ ਕਰਾਂਗੇ। ਮੇਥੀ, ਆਮਲੇ ਦਾ ਚੂਰਨ, ਹਲਦੀ ਤੇ ਜੌਂ ਦਾ ਆਟਾ ਇਹ ਜੋੜਾਂ ਦੇ ਦਰਦ ਲਈ, ਸ਼ੂਗਰ ਦੇ ਰੋਗੀਆਂ ਲਈ ਤੇ ਮੋਟਾਪੇ ਦੇ ਲਈ ਬਹੁਤ ਹੀ ਖਾਸ ਦਵਾਈ ਹੈ। ਇਹਨਾਂ ਨੂੰ ਰਲਾ ਕੇ ਅਸੀਂ ਜੇ ਰੋਟੀ ਦੇ ਰੂਪ ਵਿੱਚ ਲੈ ਲਈਏ ਤਾਂ ਇਹ ਦਵਾਈ ਖਾਣੀ ਬਹੁਤ ਹੀ ਸਵਾਦਿਸ਼ਟ ਲੱਗਦੀ ਹੈ ਤੇ ਅਸੀਂ ਇਸ ਨੂੰ ਹਮੇਸ਼ਾ ਖਾ ਸਕਦੇ ਹਾਂ। ਗਰਮੀ ਦੇ ਦਿਨਾਂ ਵਿੱਚ ਅਸੀਂ ਸੁੱਕੀ ਮੇਥੀ ਵਰਤ ਲਵਾਂਗੇ। ਤੁਹਾਨੂੰ ਇੱਥੇ ਦੱਸੂਗੀ ਕਿ ਜੌਂ ਦਾ ਆਟਾ ਠੰਡੀ ਤਾਸੀਰ ਦਾ ਹੁੰਦਾ ਹੈ, ਇਸ ਕਰਕੇ ਜੇ ਅਸੀਂ ਇਸ ਵਿੱਚ ਕੁਝ ਕੁ ਪੱਤੇ ਮੇਥੀ ਦੇ ਹਲਦੀ ਪਾ ਦਿੰਦੇ ਹਾਂ, ਹਲਦੀ ਤਾਂ ਅਸੀਂ ਇੰਨੀ ਕੁ ਵੈਸੇ ਵੀ ਵਰਤਦੇ ਹਾਂ, ਤਾਂ ਇਹ ਗਰਮੈਸ਼ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਉੱਤੋਂ ਜਿਹੜਾ ਅਸੀਂ ਆਮਲੇ ਦਾ ਪਾਊਡਰ ਪਾ ਰਹੇ ਹਾਂ, ਇਹ ਆਮਲੇ ਦਾ ਜਿਹੜਾ ਪਾਊਡਰ ਹੈ ਇਹ ਵੀ ਠੰਡਾ ਹੁੰਦਾ ਹੈ, ਇਸ ਕਰਕੇ ਮੇਥੀ ਇਸ ਦੇ ਵਿੱਚ ਕੋਈ ਦੋਸ਼ ਨਹੀਂ ਦਿੰਦੀ। ਤੇ ਜੇ ਅਸੀਂ ਆਮਲੇ ਦੇ ਪਾਊਡਰ ਨੂੰ ਇਸੇ ਤਰ੍ਹਾਂ ਲਗਾਤਾਰ ਲੈਂਦੇ ਰਹਿੰਦੇ ਹਾਂ ਤਾਂ ਉਹ ਬਹੁਤ ਜ਼ਿਆਦਾ ਖੁਸ਼ਕੀ ਵੀ ਕਰ ਸਕਦਾ ਹੈ ਸਰੀਰ ਦੇ ਵਿੱਚ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਆਮਲੇ ਨੂੰ ਸਾਨੂੰ ਘਿਓ ਦੇ ਨਾਲ ਲੈਣਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਅਸੀਂ ਇਸ ਆਟੇ ਦੇ ਵਿੱਚ ਅਸੀਂ ਸਭ ਕੁਝ ਪਾਵਾਂਗੇ, ਅਸੀਂ ਰੋਟੀ ਨੂੰ ਚੋਪੜਨਾ ਵੀ ਹੈ ਤੇ ਜਿਹੜਾ ਜੌਂ ਦਾ ਆਟਾ ਹੈ ਉਹ ਵੀ ਖੁਸ਼ਕ ਨਹੀਂ ਹੁੰਦਾ, ਤਾਂ ਆਮਲੇ ਦਾ ਚੂਰਨ ਇਸ ਤਰ੍ਹਾਂ ਲਗਾਤਾਰ ਵਰਤਿਆ ਜਾ ਸਕਦਾ ਹੈ, ਇਹ ਵੀ ਕੋਈ ਦੋਸ਼ ਨਹੀਂ ਕਰਦਾ। ਆਮਲੇ ਦਾ ਚੂਰਨ ਰਸਾਇਣ ਹੋਣ ਕਰਕੇ ਐਂਟੀ ਏਜਿੰਗ ਦਾ ਕੰਮ ਕਰਦਾ ਹੈ ਤੇ ਬੁਢਾਪਾ ਜਲਦੀ ਲੈ ਕੇ ਨਹੀਂ ਆਉਂਦਾ। ਇਸ ਕਰਕੇ ਉਮਰ ਜਿਹੜੀ ਹੈ, ਉਮਰ ਸਿਰਫ ਇੱਕ ਫਿਗਰ ਹੈ। ਅਸੀਂ ਆਪਣੀ ਤੰਦਰੁਸਤੀ ਨੂੰ ਆਪਣੀ ਖੁਰਾਕ ਦੇ ਨਾਲ ਬਣਾ ਕੇ ਰੱਖ ਸਕਦੇ ਹਾਂ। ਤੇ ਸਾਡੀ ਪੰਜਾਬੀ ਜਾਂ ਭਾਰਤੀ ਖੁਰਾਕ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਮਹੱਤਵਪੂਰਨ ਰੋਟੀ ਹੋ ਜਾਂਦੀ ਹੈ, ਜਿਹੜੀ ਹਰ ਕੋਈ ਖਾਂਦਾ ਹੈ ਤੇ ਅਸੀਂ ਰੋਜ਼ਾਨਾ ਹੀ ਖਾਂਦੇ ਹਾਂ। ਹਲੇ ਪਿੰਨੀ, ਪੰਜੀਰੀ ਜਾਂ ਹੋਰ ਤਾਕਤਵਰ ਜਿਹੜੀਆਂ ਰੈਸਿਪੀਜ਼ ਦੀ ਅਸੀਂ ਗੱਲ ਕਰਦੇ ਹਾਂ, ਉਹ ਨਾ ਤਾਂ ਅਸੀਂ ਰੋਜ਼ਾਨਾ ਬਣਾ ਸਕਦੇ ਹਾਂ ਤੇ ਨਾ ਹੀ ਹਰ ਕੋਈ ਉਹਨਾਂ ਨੂੰ ਬਣਾ ਸਕਦਾ ਹੈ। ਪਰ ਇਸ ਤਰ੍ਹਾਂ ਰੋਟੀਆਂ ਨੂੰ ਅਸੀਂ ਬਹੁਤ ਆਸਾਨ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਆਪਣਾ ਜਿਹੜਾ ਡੇਲੀ ਪੋਸ਼ਨ ਸਾਨੂੰ ਚਾਹੀਦਾ ਹੁੰਦਾ ਹੈ ਉਹ ਅਸੀਂ ਪੂਰਾ ਕਰ ਸਕਦੇ ਹਾਂ।
ਇਸ ਰੋਟੀ ਦੇ ਨਾਲ ਅਸੀਂ ਇੱਕ ਚਟਨੀ ਤਿਆਰ ਕਰਾਂਗੇ। ਇਸ ਚਟਨੀ ਨੂੰ ਤਿਆਰ ਕਰਨ ਲਈ ਮੈਂ ਕੁਝ ਮੁੰਗਰੇ ਲੈ ਰਹੀ ਹਾਂ, ਹਰਾ ਪਿਆਜ਼ ਲਿਆ ਹੈ, ਕੁਝ ਦਾਣੇ ਕਾਲੀ ਮਿਰਚ ਦੇ ਲੈ ਲਏ ਹਨ, ਜਿਵੇਂ ਅੱਧਾ ਚਮਚ ਕਾਲੀ ਮਿਰਚ ਅਸੀਂ ਪਾ ਲਵਾਂਗੇ ਤੇ ਇੱਕ ਵੱਡਾ ਚਮਚ ਅਨਾਰ ਦਾਣੇ ਦਾ ਲਿਆ ਹੈ। ਇਹਨਾਂ ਸਾਰਿਆਂ ਨੂੰ ਅਸੀਂ ਗ੍ਰਾਈਂਡਰ ਦੇ ਵਿੱਚ ਪਾ ਲੈਣਾ ਹੈ। ਇੱਕ ਅੱਧਾ ਚਮਚ ਪਾਣੀ ਹੋ ਸਕਦਾ ਤੁਹਾਨੂੰ ਪਾਣਾ ਪਵੇ, ਨਹੀਂ ਤਾਂ ਤੁਸੀਂ ਇਸੇ ਤਰ੍ਹਾਂ ਇਸ ਨੂੰ ਗ੍ਰਾਈਂਡ ਕਰ ਲਵੋ। ਤੇ ਇਹ ਜਿਹੜੀ ਚਟਨੀ ਹੈ ਇਸ ਦੇ ਵਿੱਚ ਤੁਸੀਂ ਧਨੀਆ ਤੇ ਪੁਦੀਨਾ ਪਾ ਸਕਦੇ ਹੋ। ਜੇ ਤੁਹਾਨੂੰ ਮੁੰਗਰੇ ਨਾ ਮਿਲਣ ਚਾਹੋ ਤਾਂ ਪਿਆਜ਼ ਵੀ ਪਾ ਸਕਦੇ ਹੋ। ਅਨਾਰ ਦਾਣਾ ਇਸ ਦਾ ਜ਼ਰੂਰੀ ਹਿੱਸਾ ਹੈ ਕਿਉਂਕਿ ਇਸ ਨੂੰ ਅਸੀਂ ਪਾਚਕ ਚਟਨੀ ਦੇ ਰੂਪ ਵਿੱਚ ਬਣਾ ਰਹੇ ਹਾਂ। ਅਨਾਰ ਦਾਣਾ ਪੇਟ ਦੇ ਉੱਪਰ ਬਹੁਤ ਵਧੀਆ ਕੰਮ ਕਰਦਾ ਹੈ। ਜਿੰਨੇ ਵੀ ਇਹ ਰੋਗ ਹਨ, ਮੰਦ ਅਗਨੀ ਦੇ ਰੋਗ ਹਨ। ਜਦੋਂ ਅਗਨੀ ਮੰਦ ਹੁੰਦੀ ਹੈ ਤਾਂ ਹੀ ਸਾਡੇ ਸਰੀਰ ਵਿੱਚ ਆਮ ਜਮਾ ਹੁੰਦਾ ਹੈ ਤੇ ਰੋਗਾਂ ਦੀ ਉਤਪਤੀ ਹੁੰਦੀ ਹੈ। ਤੇ ਭੋਜਨ ਸਹੀ ਤਰੀਕੇ ਨਾਲ ਜੇ ਪਚ ਰਿਹਾ ਹੈ, ਤੁਹਾਡਾ ਪੇਟ ਪੂਰੀ ਤਰ੍ਹਾਂ ਵਧੀਆ ਹੈ, ਤਾਂ ਤੁਹਾਨੂੰ ਕੋਈ ਰੋਗ ਨਹੀਂ ਹੋ ਸਕਦਾ। ਇਸ ਤਰ੍ਹਾਂ ਦੀਆਂ ਚਟਨੀਆਂ ਜਿਹੜੀਆਂ ਹਨ ਰੋਟੀ ਨੂੰ ਸਵਾਦ ਬਣਾਉਣ ਦੇ ਨਾਲ-ਨਾਲ ਅਗਨੀ ਦੇ ਉੱਪਰ ਬਹੁਤ ਚੰਗਾ ਕੰਮ ਕਰਦੀਆਂ ਹਨ। ਲੋੜ ਅਨੁਸਾਰ ਇਸ ਵਿੱਚ ਅਸੀਂ ਸੈਂਦਾ ਨਮਕ ਪਾ ਦਿੱਤਾ। ਇਸ ਨੂੰ ਗ੍ਰਾਈਂਡ ਕਰਕੇ ਇਸ ਚਟਨੀ ਨੂੰ ਅਸੀਂ ਤਿਆਰ ਕਰ ਲੈਣਾ ਹੈ। ਇਸ ਚਟਨੀ ਨੂੰ ਵੀ ਤੁਸੀਂ ਕਿਸੇ ਵੀ ਵੇਲੇ ਸਰਵ ਕਰ ਸਕਦੇ ਹੋ ਆਪਣੇ ਭੋਜਨ ਦੇ ਨਾਲ। ਪ੍ਰੀਜ਼ਰਵੇਟਿਵਸ ਵਾਲੀਆਂ ਸੌਸਸ ਤੋਂ ਸਾਨੂੰ ਹਮੇਸ਼ਾ ਬਚਣਾ ਚਾਹੀਦਾ ਹੈ। ਸਾਡੇ ਕੋਲ ਬਹੁਤ ਤਰੀਕੇ ਹਨ ਹਰੀਆਂ ਚਟਨੀਆਂ ਤਿਆਰ ਕਰਨ ਦੇ। ਆਟੇ ਨੂੰ ਅਸੀਂ 10 ਮਿੰਟ ਰੱਖ ਦਿੱਤਾ ਸੀ। ਹੁਣ ਥੋੜਾ ਜਿਹਾ ਘਿਓ ਪਾ ਕੇ ਅਸੀਂ ਇਸ ਨੂੰ ਰਸਾ ਲੈਣਾ ਹੈ ਤੇ ਸੈੱਟ ਕਰ ਲੈਣਾ ਹੈ। ਉਸ ਤੋਂ ਬਾਅਦ ਅਸੀਂ ਰੋਟੀ ਵੇਲਾਂਗੇ। ਦਿਨ ਦੇ ਵਿੱਚ 1 ਜਾਂ 2 ਚਮਚ ਘਿਓ ਜਿਹੜਾ ਤੁਸੀਂ ਬ੍ਰੇਕਫਾਸਟ ਤੇ ਲੰਚ ਵਿੱਚ ਲੈ ਰਹੇ ਹੋ ਕੋਈ ਮਾੜਾ ਨਹੀਂ ਹੈ, ਕਿਉਂਕਿ ਭੋਜਨ ਪੂਰੀ ਤਰ੍ਹਾਂ ਰੁੱਖਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਅਸੀਂ ਵਾਤ ਰੋਗਾਂ ਦਾ ਸ਼ਿਕਾਰ ਹੋਵਾਂਗੇ ਤੇ ਵਾਤ ਰੋਗ ਬਹੁਤ ਭਿਅੰਕਰ ਹੁੰਦੇ ਹਨ। ਜਿਵੇਂ ਕਿ ਹਾਰਟ ਅਟੈਕ ਵੀ ਵਾਤ ਰੋਗ ਦਾ ਹੀ ਇੱਕ ਹਿੱਸਾ ਹੈ। ਇੰਨਾ ਹੀ ਨਹੀਂ, ਅਧਰੰਗ ਵਰਗਾ ਰੋਗ ਵੀ ਵਾਤ ਰੋਗ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ 4 ਤਰ੍ਹਾਂ ਦੀ ਰੋਟੀ ਬਾਰੇ ਚਰਚਾ ਕੀਤੀ। 4 ਤਰ੍ਹਾਂ ਦੀ ਰੋਟੀ ਬਾਰੇ ਚਰਚਾ ਕਰਨ ਦਾ ਮਕਸਦ ਇਹੀ ਸੀ ਕਿ ਸਾਡੇ ਕੋਲ ਇੱਕ ਕੰਪਾਈਲੇਸ਼ਨ ਹੋਵੇ ਕਿ ਅਸੀਂ ਕਿਸ ਤਰੀਕੇ ਕਿਸ ਤਰ੍ਹਾਂ ਦੀਆਂ ਰੋਟੀਆਂ ਤਿਆਰ ਕਰ ਸਕਦੇ ਹਾਂ। ਇਹਨਾਂ 4 ਤਰ੍ਹਾਂ ਦੀਆਂ ਰੋਟੀਆਂ ਤੋਂ ਤੁਸੀਂ 1000 ਤਰ੍ਹਾਂ ਦੀਆਂ ਰੈਸਿਪੀਜ਼ ਕ੍ਰੀਏਟ ਕਰ ਸਕਦੇ ਹੋ ਆਪਣਾ ਦਿਮਾਗ ਲਗਾ ਕੇ, ਸੀਜ਼ਨਲ ਸਬਜ਼ੀਆਂ ਦੀ ਵਰਤੋਂ ਕਰਕੇ, ਅਲੱਗ-ਅਲੱਗ ਤਰ੍ਹਾਂ ਦੇ ਅਨਾਜ ਵਰਤ ਕੇ ਤੇ ਆਪਣੇ ਸਰੀਰ ਨੂੰ ਸੰਪੂਰਨ ਪੋਸ਼ਣ ਦੇ ਸਕਦੇ ਹੋ। ਤਰ੍ਹਾਂ ਦੀ ਰੋਟੀ ਖਾ ਕੇ ਤੁਹਾਨੂੰ ਕੀ ਫਾਇਦਾ ਹੋ ਸਕਦਾ ਹੈ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਕਿ ਤੁਹਾਡੀ ਤਾਕਤ ਬਰਕਰਾਰ ਰਹੇਗੀ, ਤੁਹਾਨੂੰ ਕਦੀ ਵੀ ਥਕਾਵਟ ਮਹਿਸੂਸ ਨਹੀਂ ਹੋਏਗੀ। ਦੂਸਰੀ ਚੀਜ਼, ਇਸ ਤਰ੍ਹਾਂ ਦੀ ਰੋਟੀ ਤੁਹਾਨੂੰ 3 ਜਾਂ 4 ਨਹੀਂ ਖਾਣੀ ਪੈਂਦੀ, ਤੁਸੀਂ 1, 1.5 ਵੱਧ ਤੋਂ ਵੱਧ 2 ਰੋਟੀ ਨਾਲ ਰੱਜ ਜਾਂਦੇ ਹੋ। ਇਸ ਕਰਕੇ ਤੁਹਾਡੇ ਸਰੀਰ ਵਿੱਚ ਕਦੀ ਵੀ ਆਲਸ, ਸੁਸਤੀ ਨਹੀਂ ਆਉਂਦੀ। ਇਸ ਤਰ੍ਹਾਂ ਦੀ ਰੋਟੀ ਆਮ ਪੈਦਾ ਨਹੀਂ ਕਰਦੀ ਸਰੀਰ ਵਿੱਚ, ਜਿਸ ਕਰਕੇ ਜੋੜਾਂ ਦੇ ਦਰਦ ਤੋਂ ਜਾਂ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਸੋਜਿਸ਼ ਤੋਂ ਬਚਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਰੋਟੀ ਦੇ ਨਾਲ ਤੁਹਾਡੇ ਵਾਲ ਜਿਹੜੇ ਹਨ ਉਹ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਣਗੇ, ਕਿਉਂਕਿ ਤੁਹਾਨੂੰ ਬਹੁਤ ਸਾਰੇ ਐਂਟੀਆਕਸੀਡੈਂਟਸ ਤੇ ਮਲਟੀਵਿਟਾਮਿਨ ਮਿਲਣ ਵਾਲੇ ਹਨ ਤੇ ਤੁਹਾਡੀਆਂ ਅੱਖਾਂ ਦੀ ਤੰਦਰੁਸਤੀ, ਤੁਹਾਡੀ ਸਕਿਨ ਦੀ ਤੰਦਰੁਸਤੀ, ਇਹ ਸਭ ਕੁਝ ਤੁਹਾਡੇ ਆਪਣੇ ਹੱਥ ਵਿੱਚ ਹੈ। ਨਾ ਭੁੱਖੇ ਰਹੇ ਤੁਸੀਂ ਆਪਣਾ ਵਜ਼ਨ ਘਟਾ ਪਾਓਗੇ, ਕੋਲੇਸਟ੍ਰੋਲ ਘੱਟ ਕਰ ਪਾਓਗੇ, ਫੈਟੀ ਲਿਵਰ ਤੋਂ ਬਚ ਸਕਦੇ ਹੋ, ਮਾਹਵਾਰੀ ਸੰਬੰਧਿਤ ਸਮੱਸਿਆਵਾਂ ਤੇ ਮੀਨੋਪੌਜ਼ ਦੇ ਦੌਰਾਨ ਜੋ ਵੀ ਇਸਤਰੀਆਂ ਨੂੰ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਸਾਰਿਆਂ ਤੋਂ ਮੁਕਤੀ ਪਾ ਸਕਦੇ ਹੋ। ਉਮੀਦ ਕਰਦੀ ਹਾਂ ਕਿ ਇਹ ਰੋਟੀਆਂ ਦੀ ਰੈਸਿਪੀ ਤੁਹਾਡੀ ਰੋਗ ਮੁਕਤੀ ਦੀ ਜਰਨੀ ਨੂੰ ਬਹੁਤ ਆਸਾਨ ਕਰ ਦੇਣਗੀਆਂ। ਮੈਂ ਫਿਰ ਮਿਲਾਂਗੀ ਕਿਸੇ ਹੋਰ ਜਾਣਕਾਰੀ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।